ਸੜਕਾਂ ਦੇ ਉੱਪਰ ਨਿਕਲ ਕੇ ਪ੍ਰਦਰਸ਼ਨ ਕੀਤਾ ਦਰਬਾਰ ਸਾਹਿਬ ਤੇ ਫੌਜ ਭੇਜਣ ਲਈ ਇੰਦਰਾ ਗਾਂਧੀ ਦੇ ਉੱਪਰ ਹਮਲਾ ਕਰਨ ਨੂੰ, ਉਸ ਪਾਰਟੀ ਦੇ ਨਾਲ ਅਕਾਲੀ ਦਲ ਦਾ ਤਕਰੀਬਨ 20 ਸਾਲ ਜਿਹੜਾ ਗੱਠਜੋੜ ਰਹਿੰਦਾ। ਦੋਸ਼ੀਆਂ ਦੇ ਨਾਲ ਅਕਾਲੀ ਦਲ ਇੱਕ ਪੰਥਕ ਪਾਰਟੀ ਕਹਾਉਣ ਵਾਲੀ ਪਾਰਟੀ ਨੂੰ ਗੱਠਜੋੜ ਦੋਸ਼ੀਆਂ ਦੇ ਨਾਲ ਕਿਉਂ ਰੱਖਣਾ? ਜੋ ਅਕਾਲੀ ਦਲ ਦੀ ਆਉਣ ਵਾਲੀ 22 ਦੇ ਵਿੱਚ ਸਰਕਾਰ ਬਣਨ ਜਾ ਰਹੀ ਆ, ਉਸ ਨੂੰ ਰੋਕਣ ਦੇ ਯਤਨ ਦੇ ਵਿੱਚ ਆਮ ਆਦਮੀ ਪਾਰਟੀ, ਕਾਂਗਰਸ ਦਿਨ ਰਾਤ ਬਾਦਲ ਜਪ ਰਹੇ ਨੇ। ਵੈਸੇ ਤਾਂ ਕਹਿੰਦੇ ਨੇ ਕਿ ਇੱਕ ਕੀੜੀ ਵੀ ਬਾਦਲ ਸਾਹਿਬ ਨੂੰ ਦਿਖ ਜਾਂਦੀ ਆ, ਕੀ ਉਹ ਬਾਦਲ ਸਾਹਿਬ ਨੂੰ ਦੋਸ਼ੀ ਨਹੀਂ ਦਿਖੇ ਹੈ 15 ਤੋਂ ਲੈ ਕੇ 17 ਤੱਕ ਜਿੰਨਾ ਟਾਈਮ ਸਰਕਾਰ ਰਹੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ? ਉਹ ਕਹਿੰਦੇ ਕਿ ਬਾਦਲ ਸਾਹਿਬ ਵੱਲੋਂ ਕਹਿ ਦਿੱਤਾ ਗਿਆ ਕਿ ਹੁਣ ਤੁਸੀਂ ਇਨਸਾਫ ਛੱਡੋ, ਤੁਸੀਂ ਪੋਸਟ ਦੱਸੋ ਕਿਹੜੀ ਲੈਣੀ ਹੈ। ਬੀਬਾ ਪਰਮਜੀਤ ਕੌਰ ਖਾਲੜਾ ਦੇ ਜਿਹੜੇ ਇਲਜ਼ਾਮ ਨੇ ਕਿਉਂ ਲੱਗਦੇ ਨੇ ਪੰਥਕ ਪਾਰਟੀ ਕਹਾਉਣ ਵਾਲੀ ਅਕਾਲੀ ਦਲ ਦੇ ਉੱਪਰ ਹੀ ਇਲਜ਼ਾਮ? ਜਦੋਂ ਵੀ ਅਕਾਲੀ ਦਲ ਦੀ ਸਰਕਾਰ ਆਉਣ ਦੇ ਚਾਂਸ ਹੁੰਦੇ ਨੇ, ਉਹ ਇਹੋ ਜਿਹੀਆਂ ਘਿਨਾਉਣੀਆਂ ਹਰਕਤਾਂ ਕਰਨ ਦੇ ਵਿੱਚ ਇਹ ਸਾਰੇ ਜਿਹੜੇ ਲੱਗੇ ਹੋਏ ਨੇ। ਤੁਸੀਂ ਕਹਿ ਰਹੇ ਹੋ ਕਿ ਇਲਜ਼ਾਮ ਨੇ, ਕੀ ਅਕਾਲੀ ਦਲ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਵਿੱਚ ਕਾਮਯਾਬ ਹੋਊਗਾ? ਸਤਿ ਸ਼੍ਰੀ ਅਕਾਲ ਦੋਸਤੋ, ਪ੍ਰਾਈਡ ਪੰਜਾਬ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ। ਮੈਂ ਸੰਸਾਰਦੀਪ। ਦੋਸਤੋ, ਪੰਜਾਬ ਦੇ ਵਿੱਚ ਪਿਛਲੇ ਕੁਛ ਦਿਨਾਂ ਤੋਂ ਜਿਹੜਾ ਮਾਹੌਲ ਕਾਫੀ ਗਰਮਾਇਆ ਹੋਇਆ, ਚਾਹੇ ਉਹ ਸਿਆਸੀ ਮਾਹੌਲ ਹੋਵੇ, ਚਾਹੇ ਕਿਸਾਨੀ ਸੰਘਰਸ਼ ਨੂੰ ਲੈ ਕੇ ਮਾਹੌਲ ਹੋਵੇ, ਚਾਹੇ ਧਾਰਮਿਕ ਮਾਹੌਲ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਹੁੰਦੀ, ਚਾਹੇ ਉਹ ਗੋਲੀ ਕਾਂਡ ਹੋਵੇ। ਕੁੰਵਰ ਵਿਜੇ ਪ੍ਰਤਾਪ ਵੱਲੋਂ ਇੱਕ ਰਿਪੋਰਟ ਜਿਹੜੀ ਦਾਖਲ ਕੀਤੀ ਜਾਂਦੀ, ਉਸ ਰਿਪੋਰਟ ਨੂੰ, ਉਸ SIT ਨੂੰ, ਕੁੰਵਰ ਸਾਹਿਬ ਦੀ ਬਣਾਈ ਹੋਈ ਰਿਪੋਰਟ ਨੂੰ ਹਾਈ ਕੋਰਟ ਵੱਲੋਂ ਰੱਦ ਕਰ ਦਿੱਤਾ ਜਾਂਦਾ ਹੈ। ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਬਾਗੋ ਬਾਗ ਹੋ ਜਾਂਦਾ ਇਸ ਫੈਸਲੇ ਦੇ ਨਾਲ, ਪਰ ਵਿਰੋਧੀ ਜਿਹੜੇ ਨੇ ਫਿਰ ਵੀ ਅਕਾਲੀ ਦਲ ਨੂੰ ਦੋਸ਼ੀ ਮੰਨਦੇ ਨੇ। ਕਹਿੰਦੇ ਨੇ ਕਿ ਜਿੱਥੇ ਵੀ ਕੋਈ ਅਣਸਖਾਵੀਂ ਘਟਨਾ ਹੁੰਦੀ ਆ, ਕੁਝ ਇੱਦਾਂ ਦੀ, ਅਕਾਲੀ ਦਲ ਦਾ ਨਾਮ ਹੀ ਕਿਉਂ ਨਿਕਲ ਕੇ ਸਾਹਮਣੇ ਆਉਂਦਾ। ਸਾਡੇ ਨਾਲ ਬਾਈ ਕੁਲਵਿੰਦਰ ਸਿੰਘ ਹੋਣੀ ਸ਼੍ਰੋਮਣੀ ਅਕਾਲੀ ਦਲ ਤੋਂ ਮੌਜੂਦ ਨੇ, ਜਿਨ੍ਹਾਂ ਦੇ ਨਾਲ ਅਸੀਂ ਵਿਚਾਰ ਚਰਚਾ ਇਹਨਾਂ ਸਾਰੇ ਮੁੱਦਿਆਂ 'ਤੇ, ਅਕਾਲੀ ਦਲ ਦੇ ਅੱਗੇ ਸਿਆਸੀ ਪਲਾਨ ਬਾਰੇ ਵੀ ਗੱਲਬਾਤ ਕਰਾਂਗੇ। ਆਓ ਜੀ, ਪਹਿਲਾਂ ਵੀਰੇ ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਕਰਦੇ ਹਾਂ ਆਪਣੀ ਗੱਲਬਾਤ ਸ਼ੁਰੂ। ਸਤਿ ਸ਼੍ਰੀ ਅਕਾਲ ਬਾਈ, ਸਵਾਗਤ ਤੁਹਾਡਾ। ਧੰਨਵਾਦ ਜੀ। ਬਾਈ, ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਥਕ ਪਾਰਟੀ ਕਿਹਾ ਜਾਂਦਾ ਰਿਹਾ, ਕਿਉਂਕਿ ਇਤਿਹਾਸ ਜਿਹੜਾ ਇੱਕ ਕਹਿੰਦੇ ਨੇ ਕਿ ਬਜ਼ੁਰਗਾਂ ਨੇ ਆਪਣੇ ਖੂਨ ਦੇ ਨਾਲ ਸਿੰਜੀ ਪਾਰਟੀ, ਪਰ ਦੋਸ਼ ਵੀ ਬੜੇ ਵੱਡੇ ਲੱਗਦੇ ਨੇ। ਜਿੱਦਾਂ ਜਿਹੜਾ ਗੋਲੀ ਕਾਂਡ ਬਾਈਬਲ ਕਲਾਂ ਦੇ ਵਿੱਚ ਹੋਇਆ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਅਕਾਲੀ ਦਲ 'ਤੇ ਹੀ ਦੋਸ਼ ਕਿਉਂ ਐਡੇ ਜਿਹੜੇ ਵੱਡੇ ਦੋਸ਼ ਨੇ? ਦੇਖੋ, ਇਹ ਇੱਕ ਸਾਫ਼ ਜੀ ਗੱਲ ਆ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੋਵੇ, ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੋਣ, ਕਿਹੜੀ ਸਰਕਾਰ ਚਾਹੁੰਦੀ ਆ ਕਿ ਉਹਨਾਂ ਦੀ ਸਰਕਾਰ ਦੇ ਵਿੱਚ ਕੋਈ ਇਹੋ ਜਿਹੀ ਘਟਨਾ ਵਾਪਰੇ ਜਿਸ ਦੀ ਸਰਕਾਰ ਲੋਕ ਨਿੰਦਾ ਕਰਨ? ਇਸ ਦੇ ਪਿੱਛੇ ਵੀ ਬਹੁਤ ਵੱਡੀ ਸਾਜ਼ਿਸ਼ ਸੀ। ਇਨਕੁਆਰੀ ਜਿਹੜੀ SIT ਸੀ, ਉਹਨੇ ਜਾਂਚ ਗੋਲ ਮੋਲ ਤਰੀਕੇ ਦੇ ਨਾਲ ਬਚਾਉਣ ਵਾਸਤੇ ਦੋਸ਼ੀਆਂ ਨੂੰ ਹਾਈ ਕੋਰਟ ਦੇ ਵਿੱਚ ਪੇਸ਼ ਕੀਤੀ। ਹਾਈ ਕੋਰਟ ਨੇ ਖਾਰਜ ਕੀਤੀ। ਜੇ ਉਸ ਦੇ ਵਿੱਚ ਕੋਈ ਤੱਤ ਹੁੰਦੇ, ਕੋਈ ਸੱਚਾਈ ਹੁੰਦੀ, ਤਾਂ ਸਰਕਾਰ ਸੁਪਰੀਮ ਕੋਰਟ ਦਾ ਰੁਖ ਕਰਦੀ ਜੀ। ਇਸ ਕਰਕੇ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਸੁਖਬੀਰ ਸਿੰਘ ਬਾਦਲ ਦਾ 25 ਸਾਲ ਦਾ ਰਾਜ ਦਾ ਜਿਹੜਾ ਸੁਪਨਾ ਸੀ, ਉਸ ਟਾਈਮ ਦੇ ਕਾਂਗਰਸੀ ਲਗਾਤਾਰ ਸਾਬਕਾ ਮੰਤਰੀ, ਵਿਧਾਇਕ ਛੱਡ ਕਾਂਗਰਸ ਨੂੰ ਅਕਾਲੀ ਦਲ ਵਿੱਚ ਸ਼ਾਮਲ ਹੋਣ ਲੱਗ ਗਏ ਸੀ। ਉਸ ਦੀ ਪਿੱਛੇ ਜੋ ਸਾਜ਼ਿਸ਼ ਆ, ਜੋ ਲੋਕਾਂ ਨੂੰ ਹੁਣ ਸਮਝ ਆਉਣ ਲੱਗ ਗਈ, ਉਹ ਮੁੱਖ ਕਾਰਨ ਸੀ ਜੀ। ਬਾਈ, ਤੁਸੀਂ ਕਹਿ ਰਹੇ ਹੋ ਕਿ ਸਿਆਸੀ ਸੀ, ਪਰ ਜੇ ਆਪਾਂ ਪੁਰਾਣਾ ਇਤਿਹਾਸ ਵੀ ਅਕਾਲੀ ਦਲ ਦਾ ਫੋਲ ਕੇ ਦੇਖ ਲਈਏ, 1978 ਦੇ ਵਿੱਚ ਜਦੋਂ ਨਿਰੰਕਾਰੀ ਗੋਲੀ ਕਾਂਡ ਹੋ ਜਾਂਦਾ ਹੈ, 13 ਸਿੰਘ ਜਿਹੜੇ ਸ਼ਹੀਦ ਹੋ ਜਾਂਦੇ ਨੇ, ਉਸ ਦੇ ਵਿੱਚ ਵੀ ਬਾਦਲ ਸਾਹਿਬ ਦਾ ਨਾਂ ਨਿਕਲ ਕੇ ਸਾਹਮਣੇ ਆਉਂਦਾ ਕਿ ਨਿਰੰਕਾਰੀ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਬਚਾਇਆ। 86 ਦੇ ਵਿੱਚ ਨਕੋਦਰ ਗੋਲੀ ਕਾਂਡ ਹੋ ਜਾਂਦਾ ਹੈ, ਅਤੇ ਉਸ ਤੋਂ ਪਹਿਲਾਂ 84 ਦੇ ਵਿੱਚ ਜੋ ਅਟੈਕ ਹੁੰਦਾ ਹੈ, ਉਹ ਬੇਸ਼ੱਕ ਕਾਂਗਰਸ ਜਿਹੜੀ ਮੁੱਖ ਦੋਸ਼ੀ ਮੰਨਿਆ ਜਾਂਦਾ, ਪਰ ਜਿਹੜੀ ਪਾਰਟੀ ਨੇ ਕਹਿੰਦੇ ਨੇ ਕਿ ਸੜਕਾਂ ਦੇ ਉੱਪਰ ਨਿਕਲ ਕੇ ਪ੍ਰਦਰਸ਼ਨ ਕੀਤਾ ਦਰਬਾਰ ਸਾਹਿਬ ਤੇ ਫੌਜ ਭੇਜਣ ਲਈ ਇੰਦਰਾ ਗਾਂਧੀ ਦੇ ਉੱਪਰ ਹਮਲਾ ਕਰਨ ਨੂੰ, ਉਸ ਪਾਰਟੀ ਦੇ ਨਾਲ ਅਕਾਲੀ ਦਲ ਦਾ ਤਕਰੀਬਨ 20 ਸਾਲ ਜਿਹੜਾ ਗੱਠਜੋੜ ਰਹਿੰਦਾ। ਦੋਸ਼ੀਆਂ ਦੇ ਨਾਲ ਅਕਾਲੀ ਦਲ ਇੱਕ ਪੰਥਕ ਪਾਰਟੀ ਕਹਾਉਣ ਵਾਲੀ ਪਾਰਟੀ ਨੂੰ ਗੱਠਜੋੜ ਦੋਸ਼ੀਆਂ ਦੇ ਨਾਲ ਕਿਉਂ ਰੱਖਣਾ ਪਿਆ?
ਜੋ ਬੀਜੇਪੀ ਦੀ ਗੱਲ ਕੀਤੀ ਜਾ ਰਹੀ ਆ 1984 ਦੇ ਵਿੱਚ ਜੇ ਯਾਦ ਹੋਵੇ ਬੀਜੇਪੀ ਦੇ ਸਿਰਫ 2 ਮੈਂਬਰ ਪਾਰਲੀਮੈਂਟ ਸੀ ਜੀ। ਨਾ ਮਾਤਰਾ ਸੀ, ਨਾ ਕੋਈ ਉਹਨਾਂ ਦੀ ਸਲਾਹ ਮੰਨੀ ਗਈ। ਪ੍ਰਦਰਸ਼ਨ ਤਾਂ ਹੋਏ ਨਾ, ਸੜਕ ਤੋਂ ਫੋਟੋਆਂ ਵੀ ਨੇ ਵੱਡੇ ਵੱਡੇ ਬੀਜੇਪੀ ਦੇ ਲੀਡਰਸ ਦੀਆਂ ਜੋ ਅੱਜ ਦੇ ਟਾਈਮ ਦੇ ਵਿੱਚ ਆਪਣੇ ਇੱਕ ਵੱਡਾ ਚਿਹਰਾ ਹੈਗੇ ਨੇ, ਉਹਨਾਂ ਦੀਆਂ ਫੋਟੋਆਂ ਵੀ ਨੇ ਕਿ 1984 ਦੇ ਲਈ ਪ੍ਰਦਰਸ਼ਨ ਉਹ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਜਿਹੜੀ ਮਿਲਟਰੀ ਭੇਜੋ। ਦੇਖੋ ਸ਼ਰੇਆਮ ਕਾਂਗਰਸ ਨੇ, ਇੰਦਰਾ ਗਾਂਧੀ ਨੇ ਫੌਜ ਭੇਜੀ, ਸਾਡੇ ਗੁਰਧਾਮ ਢਾਹ ਢੇਰੀ ਕੀਤੇ। ਉਸ ਤੋਂ ਬਾਅਦ 84 ਦੇ ਵਿੱਚ ਸ਼ਰੇਆਮ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਕਾਂਗਰਸ ਦੇ ਲੀਡਰਾਂ ਨੇ ਅਗਵਾਈ ਕਰਕੇ ਇੰਨਾ ਕੁਛ ਕੀਤਾ ਜੋ ਮੂਵੀਆਂ ਨੇ ਸਾਰਾ ਕੁਛ ਹੈਗਾ। ਉਸ ਦੇ ਬਦੌਲਤ ਵੀ ਜੇ ਤੁਸੀਂ ਉਸ ਪਾਰਟੀ ਨੂੰ ਨਿੰਦਣ ਦੀ ਬਜਾਏ ਸ਼੍ਰੋਮਣੀ ਅਕਾਲੀ ਦਲ 'ਤੇ ਉਂਗਲ ਚੁੱਕੋਗੇ ਤਾਂ ਲੋਕ ਇਸ ਗੱਲ ਨੂੰ ਸਭ ਜਾਣਦੇ ਨੇ, ਕਿਉਂਕਿ ਜੋ ਅਕਾਲੀ ਦਲ ਦੀ ਆਉਣ ਵਾਲੀ 22 ਦੇ ਵਿੱਚ ਸਰਕਾਰ ਬਣਨ ਜਾ ਰਹੀ ਆ, ਉਸ ਨੂੰ ਰੋਕਣ ਦੇ ਯਤਨ ਦੇ ਵਿੱਚ ਆਮ ਆਦਮੀ ਪਾਰਟੀ, ਕਾਂਗਰਸ ਦਿਨ ਰਾਤ ਬਾਦਲ ਜਪ ਰਹੇ ਨੇ। ਉਸ ਤੋਂ ਇਲਾਵਾ ਵੀ ਇਹਨਾਂ ਨੇ ਕੁਝ ਗਰਮ ਖਿਆਲੀ ਜਥੇਬੰਦੀਆਂ ਵੀ ਇਸ ਕੰਮ ਦੇ ਵਿੱਚ ਹੁਣ ਤੋਂ ਲਾ ਦਿੱਤੀਆਂ। ਜੀ ਬਾਈ, ਫਿਰ ਆਪਾਂ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਦੋਂ ਹੁੰਦੀ 2015 ਦੇ ਵਿੱਚ, ਬਾਦਲ ਸਾਹਿਬ ਨੂੰ ਵੈਸੇ ਤਾਂ ਕਹਿੰਦੇ ਨੇ ਕਿ ਇੱਕ ਕੀੜੀ ਵੀ ਬਾਦਲ ਸਾਹਿਬ ਨੂੰ ਦਿਖ ਜਾਂਦੀ ਆ। ਕੀ ਉਹ ਬਾਦਲ ਸਾਹਿਬ ਨੂੰ ਦੋਸ਼ੀ ਨਹੀਂ ਦਿਖੇ ਹੈ 15 ਤੋਂ ਲੈ ਕੇ 17 ਤੱਕ ਜਿੰਨਾ ਟਾਈਮ ਸਰਕਾਰ ਰਹੀ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ, ਉਹਨਾਂ ਦੇ ਪੱਤਰੇ ਪਾੜ ਕੇ ਗੰਦੀਆਂ ਨਾਲੀਆਂ ਦੇ ਵਿੱਚ ਸੁੱਟੇ ਗਏ? ਜਦੋਂ 2015 ਦੇ ਵਿੱਚ ਇਹ ਕਾਂਡ ਵਾਪਰਦਾ, ਉਸੇ ਟਾਈਮ ਕੁਛ ਗਰਮ ਖਿਆਲੀ ਜਥੇਬੰਦੀਆਂ ਕਾਂਗਰਸ ਦੇ ਲੀਡਰਾਂ ਵੱਲੋਂ ਅਤੇ ਉਸ ਟਾਈਮ ਦੇ ਲੀਡਰ ਸੁੱਚਾ ਸਿੰਘ ਵੱਲੋਂ ਆਮ ਆਦਮੀ ਪਾਰਟੀ ਦੇ, ਇਹਨਾਂ ਨੇ ਬਹੁਤ ਵੱਡਾ ਸੰਘਰਸ਼ ਵਿੱਢਿਆ ਕਿ ਇਹ ਜਿਹੜੀ ਜਾਂਚ ਹੈ ਇਹ CBI ਨੂੰ ਦਿੱਤੀ ਜਾਵੇ। ਉਸ ਟਾਈਮ ਪੰਜਾਬ ਸਰਕਾਰ ਨੂੰ ਇਸ ਦੀ ਜਾਂਚ ਆ ਜਿਹੜੀ 2 ਮਹੀਨੇ ਦੇ ਵਿੱਚ ਹੀ CBI ਨੂੰ ਦੇਣੀ ਪਈ ਮਜਬੂਰ ਹੋ ਕੇ। ਉਸ ਤੋਂ ਬਾਅਦ ਜਦੋਂ ਕੇਸ CBI ਕੋਲ ਚਲੇ ਗਿਆ ਤਾਂ ਪੰਜਾਬ ਸਰਕਾਰ ਉਸ ਦੇ ਵਿੱਚ ਕੋਈ ਜਾਂਚ ਨਹੀਂ ਕਰ ਸਕੀ। ਜੀ, ਜਿੰਨੇ ਵੀ ਕਾਂਡ ਹੁੰਦੇ ਨੇ ਪੰਜਾਬ ਦੇ ਵਿੱਚ, ਚਾਹੇ ਸਿੱਖ ਸੰਘਰਸ਼ ਜਦੋਂ ਚੱਲਿਆ 1984 ਤੋਂ ਬਾਅਦ ਤਕਰੀਬਨ 10-12 ਸਾਲ ਦਾ ਜਿਹੜਾ ਸੰਘਰਸ਼ ਰਿਹਾ 95-96 ਤੱਕ, ਉਸ ਦੇ ਵਿੱਚ ਵੀ ਬਾਦਲ ਸਾਹਿਬ ਦਾ ਨਾਮ ਨਿਕਲ ਕੇ ਸਾਹਮਣੇ ਆਉਣਾ, ਅਕਾਲੀ ਦਲ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ, ਚਾਹੇ ਅਕਾਲੀ ਦਲ ਦੀ ਸਰਕਾਰ ਹੋਵੇ ਚਾਹੇ ਨਾ ਹੋਵੇ? ਜਸਵੰਤ ਸਿੰਘ ਖਾਲੜਾ ਅਕਾਲੀ ਦਲ ਦੇ ਮਨੁੱਖੀ ਅਧਿਕਾਰੀ ਵਿੰਗ ਦੇ ਜਿਹੜੇ ਇੱਕ ਚੇਅਰਮੈਨ ਸੀਗੇ, ਉਹਨਾਂ ਦੇ ਧਰਮ ਪਤਨੀ ਬੀਬਾ ਪਰਮਜੀਤ ਕੌਰ ਖਾਲੜਾ, ਉਹਨਾਂ ਨੇ ਵੀ ਉਹ ਵੀ ਇਲਜ਼ਾਮ ਇਹੀ ਲਗਾਉਂਦੇ ਨੇ ਕਿ ਮੈਂ ਬਾਦਲ ਸਾਹਿਬ ਨੂੰ ਜਦੋਂ ਕਿਹਾ ਕਿ 99 ਦੇ ਵਿੱਚ, ਤਕਰੀਬਨ 99 ਜਾਂ 2000 ਦੇ ਵਿੱਚ, ਕਿ ਇਨਸਾਫ ਦਿਓ ਜਸਵੰਤ ਸਿੰਘ ਖਾਲੜਾ ਦੇ ਕਾਤਲਾਂ ਦਾ, ਜਿਹੜਾ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਸਿੱਟੋ, ਉਹ ਕਹਿੰਦੇ ਕਿ ਬਾਦਲ ਸਾਹਿਬ ਵੱਲੋਂ ਕਹਿ ਦਿੱਤਾ ਗਿਆ ਕਿ ਹੁਣ ਤੁਸੀਂ ਇਨਸਾਫ ਛੱਡੋ, ਤੁਸੀਂ ਪੋਸਟ ਦੱਸੋ ਕਿਹੜੀ ਲੈਣੀ ਆ। ਬੀਬਾ ਪਰਮਜੀਤ ਕੌਰ ਖਾਲੜਾ ਦੇ ਜਿਹੜੇ ਇਲਜ਼ਾਮ ਨੇ ਇਹ ਕਿਉਂ ਲੱਗਦੇ ਨੇ ਪੰਥਕ ਪਾਰਟੀ ਕਹਾਉਣ ਵਾਲੀ ਅਕਾਲੀ ਦਲ ਦੇ ਉੱਪਰ ਹੀ ਇਲਜ਼ਾਮ ਹੈ? ਇਹ ਤਾਂ ਹਮੇਸ਼ਾ ਹੀ ਪਾਰਟੀ ਵਿਰੋਧੀ ਜਿਹੜੀਆਂ ਸਰਗਰਮੀਆਂ ਹੁੰਦੀਆਂ ਰਹਿੰਦੀਆਂ ਨੇ, ਇਹਨਾਂ ਦੇ ਵਿੱਚ ਕੋਈ ਤੱਥ ਨਹੀਂ ਹੈਗਾ। ਕਿਸੇ ਟਾਈਮ ਉਹ ਅਕਾਲੀ ਦਲ ਦੇ ਨਾਲ ਜੁੜੇ ਹੋਏ ਸੀ, ਜਸਵੰਤ ਸਿੰਘ ਹੋਣ ਚਾਹੇ ਬੀਬਾ ਪਰਮਜੀਤ ਕੌਰ ਹੋਣ। ਦੇਖੋ ਤੁਸੀਂ ਇਸ ਤੋਂ ਪਿੱਛੇ ਚਲੇ ਜਾਓ, ਜਦੋਂ ਅਕਾਲੀ ਦਲ ਦੀ ਸਰਕਾਰ ਬਣੀ, ਸੈਂਟਰ ਦੀ ਸਰਕਾਰ ਨੇ ਕੋਈ ਨਾ ਕੋਈ ਬਹਾਨਾ ਲਾ ਕੇ ਸਾਲ 1.5 ਸਾਲ ਚੱਲਣ ਦਿੰਦੇ ਸੀ, ਤੋੜ ਦਿੰਦੇ ਸੀਗੇ। ਉਸ ਤੋਂ ਬਾਅਦ ਜਦੋਂ ਵੀ ਅਕਾਲੀ ਦਲ ਦੀ ਸਰਕਾਰ ਆਉਣ ਦੇ ਚਾਂਸ ਹੁੰਦੇ ਨੇ, ਉਹ ਇਹੋ ਜਿਹੀਆਂ ਘਿਨਾਉਣੀਆਂ ਹਰਕਤਾਂ ਕਰਨ ਦੇ ਵਿੱਚ ਇਹ ਸਾਰੇ ਜਿਹੜੇ ਲੱਗੇ ਹੋਏ ਨੇ। ਹੁਣ ਵੀ ਉਹੀ ਗੇਮ ਚੱਲ ਰਹੀ ਆ। ਤੁਸੀਂ ਕਹਿ ਰਹੇ ਹੋ ਕਿ ਇਲਜ਼ਾਮ ਨੇ, ਕੀ ਅਕਾਲੀ ਦਲ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਵਿੱਚ ਕਾਮਯਾਬ ਹੋਊਗਾ, ਚਾਹੇ ਉਹ ਕਿਸੇ ਵੀ ਕਾਂਡ ਦੇ ਹੋਣ, ਚਾਹੇ ਨਕੋਦਰ ਗੋਲੀ ਕਾਂਡ ਦੇ ਹੋਣ, ਚਾਹੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਹੋਣ, ਚਾਹੇ ਉਹ ਦੋਸ਼ੀ ਪੁਲਿਸ ਵਾਲੇ ਹੋਣ ਜਿਨ੍ਹਾਂ ਨੇ 2 ਸਿੰਘ ਜਿਹੜੇ ਨੇ ਬਾਈਬਲ ਕਲਾਂ ਦੇ ਵਿੱਚ ਸ਼ਹੀਦ ਕਰ ਦਿੱਤੇ? ਬਿਲਕੁਲ ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਮੰਗ ਕਰਦਾ ਆ ਰਿਹਾ, ਕਿਉਂਕਿ ਸਾਡੀ ਪਾਰਟੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਸਥਾ ਰੱਖਦੀ ਆ। ਅਸੀਂ ਗੁਰੂ ਘਰਾਂ ਦੀਆਂ ਸੇਵਾ ਕਰਦੇ ਹਾਂ ਅਤੇ ਅਸੀਂ ਚਾਹੁੰਦੇ ਹਾਂ ਵੀ ਜੋ SIT ਕੈਪਟਨ ਸਾਹਿਬ ਵੱਲੋਂ ਹੁਣ ਬਣਾਈ ਗਈ ਆ, ਜਿਸ ਦਾ 6 ਮਹੀਨੇ ਦਾ ਟਾਈਮ ਰੱਖਿਆ, ਉਹ 1 ਮਹੀਨੇ ਦੇ ਵਿੱਚ ਵੀ ਹੋ ਸਕਦੀ ਆ। ਇਹ ਜਾਣ ਬੁੱਝ ਕੇ
6 ਮਹੀਨੇ ਦੀ ਕਰ ਰਹੇ ਨੇ, ਕਿਉਂਕਿ ਇਹਨਾਂ ਨੂੰ ਪਤਾ ਕਿਸੇ ਵੀ ਹਾਈ ਕੋਰਟ ਦੇ ਆਰਡਰ ਦੇ ਵਿੱਚ ਬਾਦਲ ਸਾਹਿਬ ਨੂੰ ਅਕਿਊਜ਼ ਨਹੀਂ ਬਣਾਇਆ ਗਿਆ, ਕਿਤੇ ਦੋਸ਼ੀ ਨਹੀਂ ਮੰਨਿਆ ਗਿਆ। ਇਸ ਜੋ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ, ਜੋ ਇਸ ਰਿਪੋਰਟ ਨੂੰ ਪੜ੍ਹ ਰਹੇ ਨੇ ਚਲਾਣ ਦੀਆਂ ਕਾਪੀਆਂ, ਉਹਨਾਂ ਨੂੰ ਇਹ ਬਿਲਕੁਲ ਸਾਫ਼ ਹੋ ਗਿਆ ਕਿ ਇਸ ਜਿਹੜੀ ਸਿੱਟ ਆ ਇਸ ਨੇ ਵੀ ਕੁਝ ਨਹੀਂ ਕਰਨਾ, ਨਾ ਇਸ ਦੇ ਵਿੱਚ ਕੋਈ ਬਾਦਲਾਂ ਦਾ ਰੋਲ ਆ। ਜਿਨ੍ਹਾਂ ਬੰਦਿਆਂ ਦਾ ਰੋਲ ਆ ਉਹਨਾਂ ਨੂੰ ਪਾਸੇ ਰੱਖਿਆ ਗਿਆ। ਕੌਣ ਨੇ ਬੰਦੇ ਜਿਨ੍ਹਾਂ ਦਾ ਮੁੱਖ ਦੋਸ਼ੀ ਅਕਾਲੀ ਦਲ ਕੋਲ ਕੋਈ ਹੈ ਇੱਦਾਂ ਦੀ ਕੋਈ ਜਾਣਕਾਰੀ, ਜਿਹੜੇ ਮੁੱਖ ਦੋਸ਼ੀ ਨੇ ਜਿਹਨੂੰ, ਕਿਉਂਕਿ ਸੁਖਬੀਰ ਸਿੰਘ ਬਾਦਲ ਵੀ ਕਹਿੰਦੇ ਨੇ, ਵੱਡੇ ਬਾਦਲ ਸਾਹਿਬ ਵੀ ਕਹਿੰਦੇ ਨੇ ਕਿ ਜਦੋਂ ਸਾਡੀ ਸਰਕਾਰ ਆਈ ਤਾਂ ਅਸੀਂ ਦੋਸ਼ੀਆਂ ਨੂੰ ਫੜ ਕੇ ਜੇਲ੍ਹਾਂ ਦੇ ਪਿੱਛੇ ਦੇਵਾਂਗੇ। ਦੋਸ਼ੀ ਕੌਣ ਨੇ? ਦੇਖੋ, ਇੱਕ ਹਵਾ ਬਣੀ ਹੋਈ ਆ ਵੀ ਅਗਲੀ ਪਰ ਸਰਕਾਰ ਫੇਰ ਬਾਦਲ ਸਾਹਿਬ ਦੀ ਆਉਣੀ ਆ। ਉਸ ਨੂੰ ਰੋਕਣ ਵਾਸਤੇ ਕਿਸ ਪਾਰਟੀ ਨੇ ਰੋਕਿਆ? ਗੁਰੂ ਗ੍ਰੰਥ ਸਾਹਿਬ ਦੇ ਨਾਂ 'ਤੇ ਵੋਟਾਂ ਲਈਆਂ, ਗੁਟਕਾ ਸਾਹਿਬ ਹੱਥ 'ਚ ਫੜ ਕੇ। ਇਹ ਸਾਰੇ ਸਮਝਦੇ ਨੇ। ਇਸੇ ਗੱਲ ਨੂੰ ਮੁੱਖ ਰੱਖ ਕੇ ਜੇ ਅਕਾਲੀ ਦਲ ਦੀ ਸਰਕਾਰ ਆਉਂਦੀ ਆ ਤਾਂ ਇਹ ਜਿਹੜੀ ਹੈਗੀ ਆ, ਅਸੀਂ ਜਿਹੜੀ ਜਾਂਚ ਆ ਸੁਖਬੀਰ ਸਿੰਘ ਬਾਦਲ ਇਹਦੀ ਨਿਰਪੱਖ ਜਾਂਚ ਕਰਨਗੇ। ਜੋ ਦੋਸ਼ੀ ਹੋਣਗੇ ਉਹਨਾਂ ਨੂੰ ਅੰਦਰ ਕੀਤਾ ਜਾਵੇਗਾ। ਸੰਗਤ ਕਹਿੰਦੀ ਕਿ ਇੱਕ ਪਾਸੇ ਤਾਂ ਬਾਦਲ ਸਾਹਿਬ ਕਹਿੰਦੇ ਨੇ ਕਿ ਦੋਸ਼ੀਆਂ ਨੂੰ ਫੜ ਕੇ ਮੈਂ ਅੰਦਰ ਕਰ ਦਊਂਗਾ, ਪਰ ਇੱਕ ਪਾਸੇ ਕਿਹਾ ਜਾਂਦਾ ਕਿ ਦੋਸ਼ੀਆਂ ਨੂੰ ਹੀ ਟਿਕਟਾਂ ਦੇ ਨਾਲ ਅਕਾਲੀ ਦਲ ਦੇ ਵਿੱਚ ਨਵਾਜਿਆ ਜਾਂਦਾ। 1986 ਦੇ ਨਕੋਦਰ ਗੋਲੀਕਾਂਡ ਦੇ ਜਿਨ੍ਹਾਂ ਦਾ ਨਾਮ ਵੀ ਨਿਕਲ ਕੇ ਸਾਹਮਣੇ ਆ, ਦਰਬਾਰਾ ਸਿੰਘ ਗੁਰੂ, ਉਹਨਾਂ ਨੂੰ ਇਲੈਕਸ਼ਨ ਵੀ ਲੜਾਈ ਜਾਂਦੀ ਆ। ਕੈਪਟਨ ਅਮਰਿੰਦਰ ਦੀ ਸਰਕਾਰ 4.5 ਸਾਲ ਦੇ ਲਗਭਗ ਹੋ ਚੱਲੇ। ਇਸ ਦੇ ਵਿੱਚ ਸਾਡੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਬਹੁਤ ਵਾਰ ਬੋਲਦਿਆਂ ਕਿਹਾ, ਹੋਰ ਵੱਡੇ ਲੀਡਰਾਂ ਨੇ ਵੀ ਕਿਹਾ ਕਿ ਜਿਸ ਦੇ ਵਿੱਚ ਵੀ ਕਸੂਰ ਆ, ਜਿਸ ਨੇ ਬੇਅਦਬੀ ਕਰੀ ਆ, ਕਰਾਈ ਆ, ਉਸ ਨੂੰ ਅੰਦਰ ਕਰ ਦਿੱਤਾ ਜਾਵੇ ਜੀ। ਪਰ ਉਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਇਹ ਵੀ ਕਲੀਅਰ ਕਰਿਆ ਵੀ ਬੇਅਦਬੀ ਕਰਾਉਣ ਵਾਲੇ ਦਾ ਵੀ ਕੱਖ ਨਾ ਰਹੇ, ਕਰਨ ਵਾਲੇ ਦਾ ਵੀ, ਅਤੇ ਉਸ 'ਤੇ ਸਿਆਸਤ ਕਰਨ ਵਾਲੇ ਦਾ ਵੀ। ਉਸ ਤੋਂ ਬਾਅਦ ਬਿਲਕੁਲ ਸਾਫ਼ ਹੋ ਜਾਂਦਾ ਕਿ ਜੋ ਸਾਡੀ ਪਾਰਟੀ ਜੋ ਕੁਛ ਚਾਹੁੰਦੀ ਆ ਕਿ ਜਲਦੀ ਤੋਂ ਜਲਦੀ ਬੇਅਦਬੀ ਕਰਨ ਵਾਲਿਆਂ ਨੂੰ ਸਰਾਖਾਂ ਦੇ ਪਿੱਛੇ ਕੀਤਾ ਜਾਣਾ ਚਾਹੀਦਾ ਜੀ। ਤੁਸੀਂ ਕਿਹਾ ਕਿ ਬੇਅਦਬੀ ਕਰਨ ਵਾਲਿਆਂ ਨੂੰ ਸਲਾਖਾਂ ਦੇ ਪਿੱਛੇ, ਅਕਾਲੀ ਦਲ ਵੱਲੋਂ ਕੀ ਇਸ ਦੇ ਲਈ, ਇਨਸਾਫ ਦੇ ਲਈ ਕੋਈ ਸੰਘਰਸ਼ ਅੱਗੇ ਵਿੱਢਿਆ ਜਾਊਗਾ? ਜਿਹੜੀ ਹਾਇਰ ਲੀਡਰਸ਼ਿਪ ਹੈਗੀ ਆ, ਅਸੀਂ ਤਾਂ ਪਹਿਲੇ ਦਿਨ ਤੋਂ ਹੀ ਸੰਘਰਸ਼ ਵਿੱਢਿਆ ਹੋਇਆ। ਅਸੀਂ ਰੋਜ਼, ਤੁਸੀਂ ਚੈਨਲਾਂ 'ਤੇ ਦੇਖੋ, ਤੁਸੀਂ ਮੰਗ ਪੱਤਰ ਅਸੀਂ ਦਿੱਤੇ, ਅਤੇ ਹਮੇਸ਼ਾ ਸਾਡੀ ਤਾਂ ਇਹੋ ਮੰਗ ਆ ਵੀ ਜੋ ਦੋਸ਼ੀ ਨੇ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ, ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ, ਲੋਕਾਂ ਦੇ ਸਾਹਮਣੇ ਆਉਣੇ ਚਾਹੀਦੇ ਨੇ। ਬਹੁਤ ਨੇੜੇ ਤਕਰੀਬਨ 6-7 ਕੁ ਮਹੀਨੇ ਦਾ ਜਿਹੜਾ ਸਮਾਂ ਜਿਹੜਾ ਬਾਕੀ ਰਹਿ ਗਿਆ, ਕੀ ਰਣਨੀਤੀ ਆ ਅਕਾਲੀ ਦਲ ਦੀ? ਕਿਉਂਕਿ ਇਤਿਹਾਸ ਦੇ ਵਿੱਚ ਕਦੇ ਨਹੀਂ ਹੋਇਆ ਜੋ 17 ਦੇ ਵਿੱਚ ਹੋ ਗਿਆ ਕਿ ਅਕਾਲੀ ਦਲ ਇੱਕ ਮੁੱਖ ਵਿਰੋਧੀ ਧਿਰ ਦੇ ਵਿੱਚ ਵੀ ਨਹੀਂ ਬੈਠ ਰਹੀ, ਤੀਜੇ ਨੰਬਰ 'ਤੇ ਜਾ ਰਹੀ ਆ। 2022 ਦੇ ਵਿੱਚ ਸਾਡੀ ਕੀ ਕਲੀਅਰ ਪਾਲਿਸੀ ਆ ਵੀ ਅਸੀਂ ਜੋ ਅਕਾਲੀ ਦਲ ਵੱਲੋਂ ਵਿਕਾਸ ਕੀਤਾ ਗਿਆ ਪਿਛਲੇ 10 ਸਾਲਾਂ ਦੇ ਵਿੱਚ ਸਾਡੇ ਰਾਜ ਦੇ ਵਿੱਚ, ਚਾਹੇ 6 ਲੇਨ ਸੜਕਾਂ ਬਣੀਆਂ ਨੇ, ਚਾਹੇ ਥਰਮਲ ਪਲਾਂਟ ਬਣੇ ਨੇ ਬਿਜਲੀ ਵਾਲੇ, ਚਾਹੇ ਘਰ ਜੋ ਹੈਗਾ ਨੀਲੇ ਕਾਰਡ ਬਣਾਏ ਗਏ ਨੇ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿੱਤਾ ਗਿਆ, ਹੌਸਪੀਟਲ ਬਣੇ, ਸਕੂਲ ਬਣੇ, ਜੋ ਕੁਛ ਬਣਿਆ, ਜੋ ਇੱਕ ਸੇਵਾ ਕੇਂਦਰ ਸੀਗੇ 3000 ਸੇਵਾ ਕੇਂਦਰ ਜੋ ਕਾਂਗਰਸ ਸਰਕਾਰ ਨੇ ਆਉਂਦੇ ਹੀ ਬੰਦ ਕੀਤਾ। ਇਹਨਾਂ ਨੂੰ ਦੇਖਦਿਆਂ ਜੋ ਲੋਕ ਨੇ ਪੱਬਾਂ ਭਾਰ ਨੇ ਅਕਾਲੀ ਸਰਕਾਰ ਲਿਆਉਣ ਵਾਸਤੇ, ਅਸੀਂ ਵਿਕਾਸ ਨੂੰ ਹੀ ਪਹਿਲ ਦੇਵਾਂਗੇ ਅਤੇ ਜੋ ਪੰਥਕ ਏਜੰਡਾ ਹੈ ਉਸ ਨੂੰ ਵੀ ਅੱਗੇ ਲਿਜਾਣ ਦੇ ਵਿੱਚ ਪੂਰੀ ਕੋਸ਼ਿਸ਼ ਕਰਾਂਗੇ। ਅੱਛਾ, ਆਪਣੇ ਫਤਿਹਗੜ੍ਹ ਸਾਹਿਬ ਦੀ ਗੱਲ ਕਰੀਏ, ਚਾਹੇ ਉਹ ਅਕਾਲੀ ਦਲ ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ ਆਮ ਆਦਮੀ ਪਾਰਟੀ, ਕਿਹਾ ਜਾਂਦਾ ਕਿ ਕੌਣ ਦਾਅਵੇਦਾਰ, ਜਿਵੇਂ ਅਕਾਲੀ ਦਲ ਦੇ ਵਿੱਚ ਟਿਕਟ ਦੇ ਦਾਅਵੇਦਾਰ ਜ਼ਿਆਦਾਤਰ ਦੀਦਾਰ ਸਿੰਘ ਭੱਟੀ ਹੁੰਦੇ ਨੇ, MLA ਸਟੈਂਡਿੰਗ ਕੁਲਜੀਤ ਸਿੰਘ ਨਾਗਰਾ ਨੇ, ਇਹਨਾਂ ਤੋਂ ਇਲਾਵਾ ਕੋਈ ਹੋਰ ਦਾਅਵੇਦਾਰ ਅਕਾਲੀ ਦਲ ਦੇ ਵਿੱਚ ਜਾਂ ਕਾਂਗਰਸ ਦੇ ਵਿੱਚ ਤੁਸੀਂ ਕਿਹੜਾ ਦੇਖ ਰਹੇ ਹੋ? ਦੇਖੋ, ਦਾਅਵੇਦਾਰ ਤਾਂ ਹਮੇਸ਼ਾ ਹੀ ਬਹੁਤ ਰਹਿੰਦੇ ਨੇ। ਅਕਾਲੀ ਦਲ ਦੇ ਵਿੱਚ ਵੀ ਕਾਫੀ ਦਾਅਵੇਦਾਰ ਨੇ, ਪਿਛਲੇ ਸਮੇਂ 'ਚ ਵੀ ਰਹੇ ਨੇ। ਟਿਕਟ ਜਿਸ ਨੂੰ ਬਾਦਲ ਸਾਹਿਬ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਨੇ ਟਿਕਟ ਦੇਣੀ ਆ, ਸਾਰੀ ਪਾਰਟੀ ਜਿਹੜੀ
ਉਸ ਦੇ ਪਿੱਛੇ ਲੱਗਦੀ ਆ। ਐਵੇਂ ਹੀ ਕਾਂਗਰਸ ਦੇ ਵੀ ਕੈਂਡੀਡੇਟ ਹੋਰ ਹੋ ਸਕਦੇ ਨੇ ਅਤੇ ਸਾਰੀਆਂ ਪਾਰਟੀਆਂ ਦੇ ਨੇ। ਆਮ ਆਦਮੀ ਪਾਰਟੀ ਦੇ ਵੀ 6-7 ਕੈਂਡੀਡੇਟ ਨੇ ਫਤਿਹਗੜ੍ਹ ਸਾਹਿਬ ਹਲਕੇ ਤੋਂ, ਪਰ ਸਾਡੀ ਜੋ ਵੀ ਹਾਈ ਕਮਾਂਡ ਕਿਸੇ ਨੂੰ ਵੀ ਟਿਕਟ ਦੇ ਕੇ ਭੇਜਦੀ ਆ, ਅਸੀਂ ਉਸ ਨੂੰ ਜਿਤਾ ਕੇ ਜਿਹੜੀ ਹੈਗੇ ਆ ਵਿਧਾਨ ਸਭਾ ਵਿੱਚ ਭੇਜਾਂਗੇ। ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਦੇ ਲਈ। ਦਰਸ਼ਕੋ, ਇਹ ਸਨ ਬਾਈ ਕੁਲਵਿੰਦਰ ਸਿੰਘ ਜਿਨ੍ਹਾਂ ਨੇ ਅਕਾਲੀ ਦਲ ਦੇ ਉੱਪਰ ਲੱਗੇ ਹੋਏ ਦੋਸ਼ਾਂ ਬਾਰੇ ਵੀ ਸਾਡੇ ਨਾਲ ਵਿਚਾਰ ਚਰਚਾ ਕੀਤੀ। ਸਿਆਸਤ ਤੋਂ ਪ੍ਰੇਰਿਤ ਸਾਰੇ ਦੋਸ਼ਾਂ ਨੂੰ ਦੱਸਿਆ, ਚਾਹੇ ਉਹ ਗੋਲੀਕਾਂਡ ਦਾ ਮੁੱਦਾ ਹੋਵੇ, ਚਾਹੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਮੁੱਦਾ ਹੋਵੇ, ਅਤੇ 2022 ਦੇ ਪਲਾਨ ਬਾਰੇ ਵੀ ਵਿਚਾਰ ਚਰਚਾ ਕੀਤੀ ਅਤੇ ਦਾਅਵਾ ਕੀਤਾ ਕਿ 2022 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਿਹੜੀ ਆ ਰਿਪੀਟ ਹੋਣ ਜਾ ਰਹੀ ਆ। ਦੇਖਦੇ ਰਹੋ ਪ੍ਰਾਈਡ ਪੰਜਾਬ TV। ਮੈਨੂੰ ਦਿਓ ਆਗਿਆ। ਧੰਨਵਾਦ ਜੀ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ TV ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ TV ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।